ਡਾਕਟਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਬੁਨਿਆਦਾਂ ਦਾ ਅਗਲਾ ਲੇਖ ਹੈ ਨਵੀਂ ਸੰਤੁਲਨ। ਦੋ ਬੇੜੀਆਂ 'ਚ ਪੈਰ ਰੱਖਣ ਵਾਲੀ ਗੱਲ ਹੁਣ ਪੁਰਾਣੀ ਹੋ ਗਈ ਹੈ। ਹੁਣ ਇੱਕੋ ਵੇਲੇ ਕਈ ਬੇੜੀਆਂ 'ਚ ਪੈਰ ਰੱਖਣ ਦੀ ਮਜਬੂਰੀ ਉਪਜ ਪਈ ਹੈ। ਅਜੋਕੇ ਸੰਸਾਰ 'ਚ ਨਾ ਕੁਝ ਸਥਿਰ ਹੈ, ਨਾ ਹੀ ਸਦੀਵੀ। ਅਜੋਕਾ ਜੀਵਨ ਤੇਜ਼ ਗਤੀ ਨਾਲ ਬਦਲਦੀਆਂ ਸਥਿਤੀਆਂ ਦਾ ਇੱਕ ਨਿਰੰਤਰ ਪ੍ਰਵਾਹ ਹੈ, ਜਿਸ 'ਚ ਸੰਤੁਲਨ ਉਸਾਰਨ ਲਈ ਸੈਂਕੜੇ ਜੋੜ ਤੋੜ ਕਾਰਜਸ਼ੀਲ ਹੁੰਦੇ ਹਨ। ਮੁਸ਼ਕਿਲ ਤੇ ਪਰੇਸ਼ਾਨੀ ਉਦੋਂ ਹੁੰਦੀ ਹੈ ਜਦੋਂ ਅਸੀਂ ਕਿਸੇ ਇੱਕ ਸੁਖਾਵੀਂ ਸਥਿਤੀ ਨੂੰ ਸਦੀਵੀ ਬਣਾਉਣ ਦਾ ਯਤਨ ਕਰਦੇ ਹਾਂ ਤੇ ਅਸਫਲ ਰਹਿੰਦੇ ਹਾਂ। ਅਜੋਕੇ ਸਮਿਆਂ 'ਚ ਜਿੰਨੀਆਂ ਕਿਸੇ ਮਨੁੱਖ ਦੀਆਂ ਦਿਲਚਸਪੀਆਂ ਵਧੇਰੇ ਹੁੰਦੀਆਂ ਹਨ, ਓਨਾ ਹੀ ਉਸ ਮਨੁੱਖ ਦਾ ਗਿਆਨ ਤੇ ਅਨੁਭਵ ਵਧੇਰੇ ਹੁੰਦਾ ਹੈ, ਓਨੀਆਂ ਹੀ ਵਧੇਰੇ ਪੱਧਰਾਂ ਤੇ ਜਿਉਂਦਾ ਹੈ। ਅਜਿਹੇ ਵਿਅਕਤੀ ਭਾਵੇਂ ਆਪਣੇ ਹਰ ਯਤਨ 'ਚ ਸਫਲ ਨਾ ਹੋਣ, ਪਰ ਉਹਨਾਂ 'ਚ ਰੁੱਝੇ ਰਹਿਣ, ਪ੍ਰਯੋਗ ਕਰਨ, ਨਵੀਆਂ ਤਕਨੀਕਾਂ ਵਰਤਣ ਤੇ ਨਵੇਂ ਸੰਤੁਲਨ ਉਸਾਰਨ ਦਾ ਗੁਣ ਹੁੰਦਾ ਹੈ। ਜ਼ਿੰਦਗੀ ਵਿੱਚ ਜੋ ਕੁਝ ਵੀ ਅਸੀਂ ਅੱਜ ਹਾਂ, ਉਹ ਵੀ ਅਨੇਕਾਂ ਫੈਸਲਿਆਂ, ਯਤਨਾਂ, ਸੋਚਾਂ, ਉਪਰਾਲਿਆਂ, ਵਿਉਂਤਾਂ, ਸੰਬੰਧਾਂ ਦਾ ਸਿੱਟਾ ਹੈ। ਇਹ ਸਾਰੇ ਪੱਖ ਰਲ ਕੇ ਇੱਕ ਸਮੁੱਚੇ ਸੰਤੁਲਨ 'ਚ ਬੱਝੇ ਹੋਏ ਹਨ। ਜਦੋਂ ਹਵਾਈ ਜਹਾਜ਼ ਉੱਡਦਾ ਹੈ ਤਾਂ ਬਾਹਰਲੇ ਪ੍ਰਭਾਵਾਂ ਤੇ ਅੰਦਰਲੇ ਦਬਾਵਾਂ ਕਾਰਨ ਇੱਧਰ ਉੱਧਰ ਹੁੰਦਾ ਰਹਿੰਦਾ ਹੈ ਤੇ ਪਾਇਲਟ ਬਾਰ-ਬਾਰ ਉਹਨੂੰ ਸਹੀ ਮਾਰਗ ਤੇ ਲਿਆਉਂਦਾ ਰਹਿੰਦਾ ਹੈ। ਸਹੀ ਮਾਰਗ ਤੇ ਕੁਝ ਪਲ ਹੀ ਰਹਿੰਦਾ ਹੈ, ਫਿਰ ਭਟਕਣ ਦਾ ਯਤਨ ਕਰਦਾ ਹੈ, ਪਰ ਪਾਇਲਟ ਇਹਦੇ ਵਿਗੜੇ ਸੰਤੁਲਨ ਨੂੰ ਮੁੜ-ਮੁੜ ਬਹਾਲ ਕਰਕੇ ਤੇ ਨਵੇਂ ਸੰਤੁਲਨ ਸਥਾਪਿਤ ਕਰਕੇ ਜਹਾਜ਼ ਨੂੰ ਮੰਜ਼ਿਲ ਤੇ ਪਹੁੰਚਾਉਂਦਾ ਹੈ। ਜੀਵਨ ਨਾਲ ਵੀ ਇਵੇਂ ਹੀ ਵਾਪਰਦਾ ਹੈ। ਸੰਤੁਲਨ ਇੱਕ ਜਟਿਲ ਵਿਸ਼ਾ ਹੈ, ਪਰ ਇਹ ਅਜੋਕੇ ਜੀਵਨ ਦਾ ਮਹੱਤਵਪੂਰਨ ਪੱਖ ਹੈ, ਜਿਸ ਦੀ ਸਮਝ ਤੋਂ ਬਿਨਾਂ ਅਰਥਪੂਰਨ ਜੀਵਨ ਜਿਉਣਾ ਸੰਭਵ ਨਹੀਂ ਹੈ। ਹਰੇਕ ਵਿਅਕਤੀ ਆਪਣੇ ਆਪ 'ਚ ਇੱਕ ਵੱਖਰਾ ਸੰਸਾਰ ਹੈ ਤੇ ਹਰੇਕ ਵਿਅਕਤੀ ਕਈ ਪੱਧਰਾਂ ਤੇ ਹੋਰਾਂ ਨਾਲ ਤੇ ਆਲੇ ਦੁਆਲੇ ਨਾਲ ਸੰਬੰਧਿਤ ਹੁੰਦਾ ਹੈ, ਜਿਸ ਕਾਰਨ ਉਹ ਨਵੇਂ ਸੰਤੁਲਨ ਉਸਾਰਦਾ ਰਹਿੰਦਾ ਹੈ। ਜੇ ਕਮਾਉਣ ਤੋਂ ਬਿਨਾਂ ਖਰਚ ਕੀਤਾ ਜਾਏ, ਜੇ ਕੰਮ ਕਰਨ ਤੋਂ ਬਿਨਾਂ ਆਰਾਮ ਕੀਤਾ ਜਾਏ, ਜੇ ਮੰਜ਼ਿਲ ਤੋਂ ਬਿਨਾਂ ਯਾਤਰਾ ਕੀਤੀ ਜਾਏ, ਜੇ ਨਿਯਮਾਂ ਤੋਂ ਬਿਨਾਂ ਕੋਈ ਖੇਡ ਖੇਡੀ ਜਾਏ, ਤਾਂ ਧਿਆਨ, ਪੈਸਾ, ਵਕਤ ਤੇ ਊਰਜਾ ਅਜਾਈਂ ਚਲੇ ਜਾਣਗੇ, ਜਿਸ ਕਾਰਨ ਸਾਡੇ ਜੀਵਨ ਦਾ ਸੰਤੁਲਨ ਵਿਗੜੇਗਾ ਤੇ ਜੀਵਨ ਉਲਾਰ ਹੋਏਗਾ, ਸਿਹਤ ਖਰਾਬ ਹੋਏਗੀ, ਅਸੀਂ ਪਛੜ ਜਾਵਾਂਗੇ ਤੇ ਪਛਤਾਵਾ ਉਪਜੇਗਾ। ਭਾਵੇਂ ਜ਼ਿੰਦਗੀ ਸਾਨੂੰ ਕਿਸੇ ਨਾ ਕਿਸੇ ਸੰਤੁਲਨ ਵੱਲ ਮੋੜ ਲਿਆਏਗੀ, ਪਰ ਤਾਲਮੇਲ ਵਿਗੜਨ ਕਾਰਨ ਨਵੇਂ ਸੰਤੁਲਨ ਦੀ ਪੱਧਰ ਨੀਵੀਂ ਹੋਏਗੀ, ਜਿਸ ਕਾਰਨ ਜ਼ਿੰਦਗੀ ਦੀ ਤਸੱਲੀ ਘਟੇਗੀ। ਜੇ ਪਤਾ ਹੀ ਨਹੀਂ ਕਿੱਥੇ ਜਾਣਾ ਹੈ ਤਾਂ ਕਿਵੇਂ ਪਤਾ ਲੱਗੇਗਾ ਕਿ ਉੱਥੇ ਪਹੁੰਚ ਗਏ ਹਾਂ। ਜਦੋਂ ਵੀ ਸੰਤੁਲਨ ਵਿਗੜੇਗਾ, ਅਚੇਤ ਮਨ ਦੱਸੇਗਾ, ਆਤਮਾ ਸਾਵਧਾਨ ਕਰੇਗੀ, ਪਰ ਮੰਨਣਾ ਨਾ ਮੰਨਣਾ ਮਨੁੱਖ ਦੀ ਮਰਜ਼ੀ ਹੁੰਦੀ ਹੈ। ਰੋਜ਼ਗਾਰ, ਪਰਿਵਾਰ, ਆਮਦਨ, ਖਰਚ, ਖੁਰਾਕ, ਸਿਹਤ, ਕੰਮ, ਮਨੋਰੰਜਨ, ਵਪਾਰ, ਮੁਨਾਫਾ ਆਦਿ ਵੱਖ-ਵੱਖ ਅਜਿਹੇ ਸੰਤੁਲਨੀ ਜੁੱਟ ਹਨ ਜਿਹੜੇ ਸਾਡੇ ਜੀਵਨ 'ਚ ਨਿਰੰਤਰ ਕਾਰਜਸ਼ੀਲ ਰਹਿੰਦੇ ਹਨ। ਜਦੋਂ ਤੱਕ ਮਨੁੱਖ ਆਪਣੇ ਆਲੇ ਦੁਆਲੇ ਤੇ ਹੋਰਾਂ ਨਾਲ ਆਪਣੇ ਸੰਬੰਧਾਂ ਬਾਰੇ ਸੋਚਦਾ ਨਹੀਂ, ਉਹ ਆਪਣੇ ਆਪ ਤੇ ਆਲੇ ਦੁਆਲੇ ਨੂੰ ਬਦਲ ਨਹੀਂ ਸਕਦਾ ਤੇ ਜਿਉਣ ਦੀ ਤਸੱਲੀ ਮਾਣ ਨਹੀਂ ਸਕਦਾ। ਮਨੁੱਖ ਦਾ ਪਸ਼ੂਆਂ ਨਾਲੋਂ ਮੁੱਖ ਵੱਖਰੇਵਾਂ ਹੀ ਇਹ ਹੈ ਕਿ ਕੇਵਲ ਮਨੁੱਖ 'ਚ ਆਪਣੀ ਤੇ ਆਪਣੇ ਆਲੇ ਦੁਆਲੇ ਦੀ ਸਥਿਤੀ ਨੂੰ ਸਮਝਣ ਤੇ ਬਦਲਣ ਦੀ ਸਮਰੱਥਾ ਹੈ। ਜੋ ਹੁੰਦਾ ਹੈ, ਹੋ ਰਿਹਾ ਹੈ, ਮਨੁੱਖ ਉਸ ਨਾਲ ਸੰਤੁਸ਼ਟ ਨਹੀਂ ਹੁੰਦਾ। ਉਹ ਜੋ ਹੋਣਾ ਚਾਹੀਦਾ ਹੈ ਉਸ ਤੇ ਆਪਣਾ ਧਿਆਨ ਕੇਂਦਰਿਤ ਕਰਦਾ ਹੈ। ਇਸ ਬਦਲਾਅ ਨੂੰ ਸੰਭਵ ਤੇ ਸੁਖਾਲਾ ਬਣਾਉਣ ਲਈ ਵਿਗਿਆਨ ਸਿਰਜਿਆ ਗਿਆ ਹੈ। ਵਿਗਿਆਨ ਸਮੁੱਚੀ ਮਾਨਵ ਜਾਤੀ ਦੇ ਸਾਂਝੇ ਯਤਨਾਂ ਦਾ ਸਿੱਟਾ ਹੈ। ਇਹੀ ਕਾਰਨ ਹੈ ਕਿ ਵਿਗਿਆਨ ਕਿਸੇ ਦੀ ਮਲਕੀਅਤ ਨਹੀਂ, ਇਹ ਔਖ ਦੀ ਥਾਂ ਸੌਖ ਤੇ ਪਰੰਪਰਾ ਦੀ ਥਾਂ ਨਵੀਨਤਾ ਸਥਾਪਿਤ ਕਰਨ ਦਾ ਸੰਦ ਹੈ। ਹਰ ਕਲਾਕਾਰ ਮੁੱਢ 'ਚ ਪਰੰਪਰਾ ਨੂੰ ਪਾਲਦਾ ਹੈ ਤੇ ਪਰੰਪਰਾ ਵਿੱਚ ਕਾਰਜਸ਼ੀਲ ਸੰਤੁਲਨਾਂ ਨੂੰ ਸਮਝਦਾ ਹੈ। ਇਸ ਸਮਝ ਤੇ ਆਪਣੀ ਨਵੀਂ ਸੋਚ ਨਾਲ ਉਹ ਉਚੇਰੇ, ਚੰਗੇਰੇ ਤੇ ਵਧੇਰੇ ਪ੍ਰਭਾਵਸ਼ਾਲੀ ਸੰਤੁਲਨ ਸਥਾਪਿਤ ਕਰਕੇ ਕਲਾ ਦੇ ਖੇਤਰ 'ਚ ਆਪਣੀ ਪਛਾਣ ਉਸਾਰਦਾ ਹੈ। ਕਈਆਂ ਨਾਲ ਅਸੀਂ ਸੰਬੰਧਿਤ ਹੁੰਦੇ ਹਾਂ, ਕਈ ਸਾਡੇ ਤੇ ਨਿਰਭਰ ਹੁੰਦੇ ਹੈ। ਇਹ ਸਾਰੇ ਰਲ ਕੇ ਸਾਡਾ ਜੀਵਨ ਦ੍ਰਿਸ਼ਟੀਕੋਣ ਸਿਰਜਦੇ ਹਨ, ਜਿਸ ਨਾਲ ਅਸੀਂ ਸੰਸਾਰ ਨਾਲ ਇੱਕ ਨਿਵੇਕਲਾ ਸੰਤੁਲਨ ਉਸਾਰਦੇ ਹਾਂ। ਜੀਵਨ ਵਿੱਚ ਸੰਤੁਲਨ ਦੀ ਲੋੜ ਕਿਉਂ ਹੁੰਦੀ ਹੈ? ਸੰਤੁਲਨ ਦੀ ਲੋੜ ਇਸ ਲਈ ਹੁੰਦੀ ਹੈ ਕਿਉਂਕਿ ਇਹ ਸਾਡੀ ਮੈਂ ਦੀ ਪਛਾਣ ਤੇ ਸਾਡੇ ਸਮੁੱਚੇ ਵਿਕਾਸ ਦਾ ਆਧਾਰ ਬਣਦਾ ਹੈ। ਇਸ ਬਿਨਾਂ ਕੋਈ ਸਮੱਸਿਆ ਜਾਂ ਮੁਸ਼ਕਿਲ ਹੱਲ ਨਹੀਂ ਹੁੰਦੀ, ਕੋਈ ਸੰਤੁਲਿਤ ਵਿਕਾਸ ਨਹੀਂ ਵਾਪਰਦਾ।
ਉਦਾਹਰਨ ਵਜੋਂ ਹੁਣ ਮੋਟਾ, ਅਨਪੜ੍ਹ ਜਾਂ ਬੇਰੁਜ਼ਗਾਰ ਵਿਅਕਤੀ ਸਿਹਤ, ਸੋਚ ਤੇ ਸਰਮਾਏ ਦੇ ਪੱਖੋਂ ਸੰਤੁਲਨ ਦੀ ਘਾਟ ਕਾਰਨ ਅਰਥਪੂਰਨ ਜੀਵਨ ਨਹੀਂ ਜਿਉ ਸਕਦਾ। ਮਨੁੱਖ ਤੇ ਕੁਦਰਤ ਵਿਚਕਾਰ ਵਿਗੜੇ ਸੰਤੁਲਨ ਕਾਰਨ ਹੀ ਹੁਣ ਮੀਂਹ ਨਹੀਂ ਪੈਂਦੇ, ਹੜ੍ਹ ਹੀ ਆਉਂਦੇ ਆ। ਮਨੁੱਖ ਕੁਦਰਤ ਵਿਰੁੱਧ ਹੀ ਨਹੀਂ ਜਾ ਰਿਹਾ, ਉਹ ਨਵੀਆਂ ਮੁਸੀਬਤਾਂ ਵੀ ਸਿਰਜ ਰਿਹਾ ਹੈ। ਮਨੁੱਖ ਨੈਤਿਕ ਰਾਹ ਭੁੱਲ ਗਿਆ, ਜਿਸ ਕਾਰਨ ਹਿੰਸਾ, ਤਲਾਕ, ਧੋਖਾ, ਬੇਈਮਾਨੀ, ਭ੍ਰਿਸ਼ਟਾਚਾਰ ਵੱਧ ਰਹੇ ਹਨ। ਜੇ ਪਤੀ ਪਤਨੀ 'ਚ ਸੁਖਾਵਾਂ ਸੰਤੁਲਨ ਨਾ ਹੋਵੇ ਤਾਂ ਬੱਚੇ ਨਹੀਂ ਪਲਦੇ, ਘਰ ਨਹੀਂ ਵਸਦਾ, ਪਰਿਵਾਰ ਨਹੀਂ ਚੱਲਦਾ। ਸੰਤੁਲਨ ਇਸ ਲਈ ਜ਼ਰੂਰੀ ਹੁੰਦਾ ਹੈ ਕਿਉਂਕਿ ਪ੍ਰਕਿਰਤੀ ਦੀ ਸੁਭਾਵਕ ਸਥਿਤੀ ਹੈ ਤੇ ਅਸੀਂ ਪ੍ਰਕਿਰਤਿਕ ਸੰਤੁਲਨ ਦਾ ਭਾਗ ਹਾਂ। ਅਜੋਕੀ ਜੀਵਨ ਜਾਚ 'ਚ ਸੰਤੁਲਨ ਦੀ ਘਾਟ ਕਾਰਨ ਦਬਾਓ, ਤਣਾਓ, ਤੌਖਲੇ, ਡਰ, ਝਗੜੇ, ਮੁਕੱਦਮੇ ਆਦਿ ਵੱਧ ਰਹੇ ਹਨ। ਅਸੀਂ ਸਰੀਰਕ ਰੋਗਾਂ ਦੇ ਇਲਾਜ ਲੱਭ ਰਹੇ ਹਾਂ, ਪਰ ਨਵੀਆਂ ਗੰਭੀਰ ਭਾਵੁਕ ਤੇ ਮਾਨਸਿਕ ਸਮੱਸਿਆਵਾਂ ਉੱਭਰ ਰਹੀਆਂ ਹਨ। ਹੁਣ ਸਾਨੂੰ ਸ਼ੇਰ ਦਾ ਡਰ ਨਹੀਂ, ਪਰ ਕਈ ਨਵੇਂ ਸਹਿਮ ਤੇ ਡਰ ਉਪਜ ਪਏ ਹਨ। ਹਰ ਖੇਤਰ 'ਚ ਸਥਿਤੀ ਚਿੰਤਾਜਨਕ ਹੈ। ਸਿੱਖਿਆ ਆਮ ਹੋ ਗਈ ਹੈ, ਪਰ ਸਿਲੇਬਸ, ਖਰਚੇ ਤੇ ਦਾਖਲੇ ਮੁਸ਼ਕਿਲ ਹੋ ਗਏ ਹਨ। ਉਮਰਾਂ ਵੱਧ ਗਈਆਂ ਹਨ, ਪਰ ਜ਼ਿੰਦਗੀ ਦੀ ਤਸੱਲੀ ਘਟ ਗਈ ਹੈ। ਸਾਡਾ ਹੀ ਨਹੀਂ, ਸਾਡੇ ਸੰਸਾਰ ਦਾ ਵੀ ਸੰਤੁਲਨ ਵਿਗੜਿਆ ਹੋਇਆ ਹੈ। ਸੰਤੁਲਨ ਬਾਰੇ ਇਹ ਸਮਝਣਾ ਜ਼ਰੂਰੀ ਹੈ ਕਿ ਅਡੋਲ, ਸਥਿਰ, ਸ਼ਾਂਤ ਅਵਸਥਾ ਨਹੀਂ ਹੁੰਦੀ। ਹਰ ਪਲ ਸਭ ਕੁਝ ਬਦਲ ਰਿਹਾ ਹੈ। ਅਸੀਂ ਨਹੀਂ ਜਾਣ ਸਕਦੇ ਕਿ 1 ਘੰਟੇ ਮਗਰੋਂ ਅਸੀਂ ਕੀ ਸੋਚ ਰਹੇ ਹੋਵਾਂਗੇ। ਸੰਤੁਲਨ ਨਿਰਵਾਣ ਦੀ ਅਵਸਥਾ ਵੀ ਨਹੀਂ ਹੈ। ਹੁਣ ਸੰਨਿਆਸ 'ਚ ਵੀ ਸੁੱਖ ਨਹੀਂ ਹੈ। ਸੰਪੂਰਨ ਸੰਤੁਲਨ ਇੱਕ ਸੁਪਨਾ ਹੈ। ਅਸੀਂ ਸੰਤੁਲਨ ਉਸਾਰਨ ਦਾ ਉਪਰਾਲਾ ਹੀ ਕਰ ਸਕਦੇ ਹਾਂ, ਪਰ ਇਹ ਉਪਰਾਲਾ ਕਰਨਾ ਬੜਾ ਜ਼ਰੂਰੀ ਹੋ ਗਿਆ ਹੈ। ਜੀਵਨ ਦੇ ਉੱਪਰ ਕੱਖ ਕਾਨੇ ਹੀ ਹੁੰਦੇ ਹਨ, ਹੀਰੇ ਮੋਤੀਆਂ ਲਈ ਡੂੰਘੇ ਜਾਣਾ ਪਏਗਾ। ਸੰਤੁਲਨ ਤੇ ਤਾਲਮੇਲ ਵਿੱਚ ਅੰਤਰ ਹੈ। ਅਮਰੀਕਾ ਕੈਨੇਡਾ 'ਚ ਤਾਲਮੇਲ ਹੈ, ਅਮਰੀਕਾ ਰੂਸ ਵਿਚਕਾਰ ਸ਼ਕਤੀ ਦਾ ਸੰਤੁਲਨ ਹੈ। ਭਾਰਤ ਪਾਕਿਸਤਾਨ ਵਿਚਕਾਰ ਨਾ ਤਾਲਮੇਲ ਹੈ, ਨਾ ਹੀ ਸੰਤੁਲਨ ਹੈ। ਜੇ ਬਾਹਰਲੇ ਸਬੰਧਾਂ 'ਚ ਸੰਤੁਲਨ ਹੋਵੇ ਤਾਂ ਹੀ ਪਰਿਵਾਰਕ ਸਬੰਧਾਂ 'ਚ ਤਾਲਮੇਲ ਹੋਏਗਾ। ਕੰਮ ਤੇ ਜੀਵਨ 'ਚ ਤਾਲਮੇਲ ਤੇ ਸੰਤੁਲਨ ਦੋਹਾਂ ਦੀ ਲੋੜ ਹੁੰਦੀ ਹੈ। ਕੋਈ ਵੀ ਸੰਤੁਲਨ ਆਪੇ ਨਹੀਂ ਉਸਰਦਾ, ਇਸ ਲਈ ਭਰਪੂਰ ਤੇ ਨਿਰੰਤਰ ਯਤਨ ਕਰਨਾ ਪੈਂਦਾ ਹੈ। ਇਹਨਾਂ ਯਤਨਾਂ ਤੇ ਉਪਰਾਲਿਆਂ ਨਾਲ ਹੀ ਸਾਡੇ ਜੀਵਨ ਦੀ ਰੂਪ-ਰੇਖਾ ਨਿਰਧਾਰਤ ਹੁੰਦੀ ਹੈ। ਧਿਆਨ, ਨੀਅਤ, ਉਤਸ਼ਾਹ, ਕੁਰਬਾਨੀ, ਵਸੀਲੇ, ਸਮਾਂ, ਮਿਹਨਤ, ਚਰਿੱਤਰ ਆਦਿ ਰਲ ਕੇ ਨਿਰਧਾਰਤ ਕਰਦੇ ਹਨ ਕਿ ਅਸੀਂ ਕੀ ਹਾਂ। ਮੇਰਾ ਸੰਤੁਲਨ ਤੁਹਾਡਾ ਸੰਤੁਲਨ ਨਹੀਂ ਹੋ ਸਕਦਾ। ਹਰੇਕ ਨੂੰ ਆਪਣਾ ਸੰਤੁਲਨ ਆਪ ਉਸਾਰਨਾ ਪੈਂਦਾ ਹੈ, ਕਿਉਂਕਿ ਹਰੇਕ ਦੇ ਉਦੇਸ਼, ਤਰਜੀਹਾਂ, ਕਾਰਜ, ਵਸੀਲੇ ਆਦਿ ਵੱਖਰੇ ਹਨ। ਜੇ ਹੋਰਾਂ ਨਾਲੋਂ ਆਪਣਾ ਵਖਰੇਵਾਂ ਜਾਣਨਾ ਚਾਹੁੰਦੇ ਹੋ ਤਾਂ ਦੱਸੋ ਹੁਣ ਤੁਹਾਡੇ ਲਈ ਕੀ ਮਹੱਤਵਪੂਰਨ ਹੈ। 5 ਸਾਲ ਪਹਿਲਾਂ ਕੀ ਮਹੱਤਵਪੂਰਨ ਸੀ, 5 ਸਾਲ ਮਗਰੋਂ ਕੀ ਮਹੱਤਵਪੂਰਨ ਹੋਏਗਾ। ਹਰ ਕੋਈ ਵੱਖਰਾ ਜਵਾਬ ਦੇਏਗਾ। ਸਾਡਾ ਸਾਰਿਆਂ ਦਾ ਵਿਰਸਾ ਤੇ ਵਰਤਮਾਨ ਵੱਖਰਾ ਹੈ। ਸੁਖਾਵਾਂ ਸੰਤੁਲਨ ਉਸਾਰਨ ਲਈ ਆਪਣਾ ਮਹੱਤਵ ਪਛਾਣਨ, ਆਪਣੀਆਂ ਸ਼ਕਤੀਆਂ, ਕਮਜ਼ੋਰੀਆਂ ਦਾ ਲੇਖਾ ਜੋਖਾ ਕਰਨ, ਆਪਣਾ ਉਦੇਸ਼ ਉਸਾਰ ਕੇ ਤੇ ਆਪਣੀ ਚੁਸਤੀ ਫੁਰਤੀ ਅਨੁਸਾਰ ਅਗਲੇਰਾ ਜੀਵਨ ਵਿਅੰਤਨ ਦੀ ਲੋੜ ਪਏਗੀ। ਅਸੰਤੁਲਨ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਅਸੀਂ ਆਪਣੀ ਮਰਜ਼ੀ ਅਨੁਸਾਰ ਨਹੀਂ ਜਿਉਂਦੇ, ਸਗੋਂ ਦਖਲ ਦੇ ਕੇ ਦੂਜੇ ਹੀ ਸਾਨੂੰ ਚਲਾਈ ਜਾਂਦੇ ਹਨ। ਅਸੀਂ ਉਹਨਾਂ ਦੀ ਨਾਰਾਜ਼ਗੀ ਤੋਂ ਹੀ ਡਰਦੇ ਰਹਿੰਦੇ ਹਾਂ। ਇਹ ਮਾਨਸਿਕ ਅਸੰਤੁਲਨ ਦੇ ਲੱਛਣ ਹਨ। ਸੰਤੁਲਨ ਉਸਾਰਨਾ ਸੌਖਾ ਨਹੀਂ ਹੈ। ਜਦੋਂ ਯਤਨ ਕਰੋਗੇ ਇੰਜ ਲੱਗੇਗਾ ਜਿਵੇਂ ਸਾਰਾ ਸੰਸਾਰ ਵਿਘਨ ਪਾ ਰਿਹਾ ਹੈ ਤੇ ਕੁਦਰਤ ਰੁਕਾਵਟਾਂ ਉਪਜਾ ਰਹੀ ਹੈ। ਆਪਣੀ ਜ਼ਿੰਦਗੀ 'ਚ ਜਦੋਂ ਵੀ ਕੋਈ ਨਿਤਨੇਮ ਲਾਗੂ ਕਰੋਗੇ, ਨਿਤਨੇਮ ਭੰਗ ਕਰਨ ਵਾਲੇ ਅਨੇਕਾਂ ਆ ਜਾਣਗੇ। ਖਰਚੇ ਵਿਅੰਤੋਗੇ, ਨਵੀਆਂ ਮੰਗਾਂ ਉਪਜ ਪੈਣਗੀਆਂ। ਕੋਈ ਪ੍ਰੋਗਰਾਮ ਉਲੀਕੋਗੇ, ਵਿਗਾੜ ਪਾਉਣ ਵਾਲੇ ਪਹੁੰਚ ਜਾਣਗੇ। ਸੈਰ ਕਸਰਤ ਕਰਨ ਲਈ ਨਿਕਲੋਗੇ, ਮੌਸਮ ਵਿਗੜ ਜਾਏਗਾ। ਪੜ੍ਹਨ ਦੀ ਵਿਉਂਤ ਉਲੀਕੋਗੇ, ਬਿਜਲੀ ਜਾਣ ਲੱਗ ਪਏਗੀ। ਜਦੋਂ ਵੀ ਨਵਾਂ ਸੰਤੁਲਨ, ਨਵੀਂ ਜੀਵਨ ਜਾਚ, ਨਵਾਂ ਰਿਸ਼ਤਾ ਉਸਾਰਨ ਦਾ ਯਤਨ ਕਰੋਗੇ, ਭਾਂਤ-ਭਾਂਤ ਦੀਆਂ ਰੁਕਾਵਟਾਂ ਲਾਜ਼ਮੀ ਤੌਰ ਤੇ ਉਪਜਣਗੀਆਂ। ਰੁਕਾਵਟਾਂ ਤੁਹਾਡੇ ਲਈ ਹੀ ਨਹੀਂ, ਹਰ ਕਿਸੇ ਲਈ ਉਪਜਦੀਆਂ ਹਨ, ਪਰ ਮੁਸ਼ਕਿਲਾਂ ਤੇ ਰੁਕਾਵਟਾਂ ਰਾਹੀਂ ਤੁਹਾਡੀ ਯੋਗਤਾ, ਸਮਰੱਥਾ ਪਰਖੀ ਜਾਏਗੀ। ਰੁਕਾਵਟਾਂ ਤੋਂ ਪਾਰ ਜਾਣਾ ਪਏਗਾ, ਧੀਰਜ ਨਾਲ, ਸਿਦਕ ਨਾਲ, ਸਿਰੜ ਨਾਲ। ਉਦਾਸ, ਮਾਯੂਸ ਨਹੀਂ ਹੋਣਾ, ਕਿਉਂਕਿ ਮੁਸ਼ਕਿਲਾਂ ਸਾਡੀ ਦ੍ਰਿੜਤਾ ਦਾ ਇਮਤਿਹਾਨ ਤੇ ਰੁਕਾਵਟਾਂ ਸਾਡੇ ਇਰਾਦਿਆਂ ਦੀ ਪਰਖ ਹੁੰਦੀਆਂ ਹਨ। ਕੁਝ ਵੀ ਸੰਪੂਰਨ ਰੂਪ ਵਿੱਚ ਨਹੀਂ ਬਦਲੇਗਾ, ਪਰ ਜਿਸ ਵੱਲ ਧਿਆਨ ਦਿਓਗੇ
ਉਹ ਮਹੱਤਵਪੂਰਨ ਹੋ ਜਾਏਗਾ। ਜੋ ਕੁਝ ਕਰਨ ਦਾ ਯਤਨ ਕਰੋਗੇ ਉਹਦੇ ਹੋਣ ਦੀਆਂ ਸੰਭਾਵਨਾਵਾਂ ਵੱਧ ਜਾਣਗੀਆਂ। ਜੇ ਇਰਾਦਾ ਮਜ਼ਬੂਤ ਹੋਏਗਾ ਤਾਂ ਭੀੜ ਵਿੱਚੋਂ ਤੁਸੀਂ ਆਪ ਮੁਹਾਰੇ ਉੱਚੇ ਦਿਸਣ ਲੱਗ ਜਾਓਗੇ। ਚਿੰਤਾ ਕਰਨ, ਅਰਦਾਸ ਕਰਨ ਤੇ ਯਤਨ ਕਰਨ 'ਚ ਇੱਕ ਹੀ ਸ਼ਕਤੀ ਲੱਗਦੀ ਹੈ। ਰਾਤ ਨੂੰ ਸੌਣ ਵੇਲੇ ਸਵੇਰੇ 5 ਵਜੇ ਉੱਠਣ ਦਾ ਨਿਸ਼ਚਾ ਕਰੋਗੇ, ਜਾਗ ਖੁੱਲੇਗੀ। ਮਨ ਦੀ ਸ਼ਕਤੀ ਤੇ ਅਚੇਤ ਮਨ ਜਿਸ ਉਦੇਸ਼ ਤੇ ਇਕਾਗਰ ਹੋ ਜਾਣ, ਉਹਨੂੰ ਸੰਭਵ ਬਣਾਉਣ ਦੇ ਢੰਗ ਤਰੀਕੇ ਆਪ ਮੁਹਾਰੇ ਸੁੱਝਣ ਲੱਗ ਪੈਣਗੇ। ਮਨੁੱਖ ਲਈ ਉਹਦਾ ਰੋਜ਼ਗਾਰ ਤੇ ਇਸਤਰੀ ਲਈ ਉਹਦਾ ਪਰਿਵਾਰ ਸੰਤੁਲਨ, ਅਸੰਤੁਲਨ ਤੇ ਦੁੱਖ ਸੁੱਖ ਦੇ ਮੁੱਖ ਖੇਤਰ ਹੁੰਦੇ ਹਨ। ਪੈਸਾ, ਸਿਹਤ, ਰਿਸ਼ਤੇ, ਸਮਾਂ ਤੇ ਕਾਰਜ ਸੰਤੁਲਨ ਨੂੰ ਸੰਭਵ ਅਸੰਭਵ ਬਣਾਉਂਦੇ ਹਨ। ਜੇ ਅਨੇਕਾਂ ਕਾਰਜ ਕਰੋਗੇ, ਸਾਰਿਆਂ 'ਚ ਸਫਲਤਾ ਨਹੀਂ ਮਿਲੇਗੀ। ਸਫਲਤਾ ਉਹਨਾਂ ਖੇਤਰਾਂ 'ਚ ਮਿਲੇਗੀ ਜਿੱਥੇ ਅਸੀਂ ਤਾਲਮੇਲ ਤੇ ਸੰਤੁਲਨ ਉਸਾਰਾਂਗੇ। ਟੀਮਾਂ ਦੇ ਅੰਦਰ ਵਾਰ ਤਾਲਮੇਲ, ਪਰ ਉਹਨਾਂ ਟੀਮਾਂ ਦੇ ਆਪਸੀ ਸੰਬੰਧਾਂ 'ਚ ਸੰਤੁਲਨ ਕਾਰਜਸ਼ੀਲ ਹੁੰਦਾ ਹੈ। ਸੰਤੁਲਨ ਸਾਡੇ ਇਕੱਲਿਆਂ ਤੇ ਨਿਰਭਰ ਨਹੀਂ ਕਰਦਾ। ਕੇਵਲ ਇੱਕ ਕੰਧ ਤੇ ਕੋਈ ਛੱਤ ਨਹੀਂ ਟਿਕ ਸਕਦੀ। ਜੇ ਹੋਰਾਂ ਨਾਲ ਸੰਤੁਲਨ ਨਾ ਉਸਾਰਿਆ ਜਾਏ ਤਾਂ ਸਾਡੇ 'ਚ ਕੋਈ ਪਰਿਵਰਤਨ ਨਹੀਂ ਵਾਪਰੇਗਾ। ਜੇ ਵਾਪਰੇ ਵੀ ਤਾਂ ਮੰਨਿਆ ਨਹੀਂ ਜਾਏਗਾ। ਨਿਰਸੰਦੇਹ ਜਦੋਂ ਅਸੀਂ ਆਪਣਾ ਵਿਹਾਰ ਤੇ ਆਦਤਾਂ ਬਦਲਾਂਗੇ ਤਾਂ ਸਾਡੇ ਨੇੜਲੇ ਲੋਕਾਂ ਨਾਲ ਸਬੰਧ ਪ੍ਰਭਾਵਿਤ ਹੋਣਗੇ। ਦੂਜੇ ਸਾਡੇ ਨਾਲ ਵਰਤਣ ਲਈ ਸਾਡੀਆਂ ਆਦਤਾਂ ਅਨੁਸਾਰ ਆਪਣਾ ਵਿਹਾਰ ਉਸਾਰਦੇ ਬਦਲਦੇ ਹਨ। ਜੇ ਅਸੀਂ ਹੋਰਾਂ ਨੂੰ ਆਪਣੇ ਵਿਕਾਸ 'ਚ ਸ਼ਾਮਲ ਨਹੀਂ ਕਰਾਂਗੇ ਤਾਂ ਉਹ ਸਾਡੇ ਵਿਕਾਸ ਨੂੰ ਮਾਨਤਾ ਨਹੀਂ ਦੇਣਗੇ। ਜੇ ਸੱਸ ਕੇਵਲ ਆਪ ਬਦਲਣ ਦਾ ਯਤਨ ਕਰੇਗੀ ਤਾਂ ਉਹਦੇ ਯਤਨਾਂ ਨੂੰ ਨੂੰਹਾਂ ਮਾਨਤਾ ਨਹੀਂ ਦੇਣਗੀਆਂ। ਜੇ ਨੂੰਹਾਂ ਦੇ ਸਹਿਯੋਗ ਨਾਲ ਬਦਲੇਗੀ, ਨੂੰਹਾਂ ਤਾਂ ਹੀ ਉਹਦੀ ਤਬਦੀਲੀ ਨੂੰ ਸਵੀਕਾਰ ਕਰਨਗੀਆਂ ਤੇ ਸੱਸ ਦੀ ਤਬਦੀਲੀ ਅਨੁਸਾਰ ਆਪ ਵੀ ਬਦਲਣਗੀਆਂ। ਸਾਡੇ ਹੋਰਾਂ ਨਾਲ ਸੰਤੁਲਨ ਨੂੰ ਉਸਾਰਨ ਵਿਗਾੜਨ ਦਾ ਕਾਰਜ ਸਾਡੀਆਂ ਆਦਤਾਂ ਤੇ ਕਾਰਵਾਈਆਂ ਕਰਦੀਆਂ ਹਨ। ਜੋ ਬਾਰ-ਬਾਰ ਸੁਤੇ ਸਿੱਧ ਕੀਤਾ ਜਾਂਦਾ ਹੈ ਉਹਨੂੰ ਆਦਤ ਕਹਿੰਦੇ ਹਨ। ਆਦਤਾਂ ਸਾਰੀਆਂ ਨਹੀਂ ਹੁੰਦੀਆਂ, ਅਸੀਂ ਆਦਤਾਂ ਦੇ ਹੁੰਦੇ ਹਾਂ। ਆਦਤਾਂ ਸਾਡੀਆਂ ਨਹੀਂ ਹੁੰਦੀਆਂ, ਅਸੀਂ ਆਦਤਾਂ ਦੇ ਹੁੰਦੇ ਹਾਂ। ਆਦਤਾਂ ਦਾ ਵੀ ਇੱਕ ਸਿਲਸਿਲਾ ਜਾਂ ਪ੍ਰਣਾਲੀ ਉਸਰਦੀ ਹੈ। ਸਾਡਾ ਚਰਿੱਤਰ, ਸ਼ਖਸੀਅਤ, ਕਦਰਾਂ ਕੀਮਤਾਂ, ਵਿਹਾਰ, ਉਦੇਸ਼, ਜੀਵਨ ਜਾਚ ਸਭ ਸੋਚਾਂ ਆਦਤਾਂ ਦੇ ਉਸਰੇ ਹੋਏ ਵੱਖ-ਵੱਖ ਪੱਖ ਹੁੰਦੇ ਹਨ। ਚੰਗੀ ਆਦਤ ਤੇ ਭੈੜੀ ਆਦਤ ਵਿੱਚ ਆਦਤ ਦੇ ਪੱਖੋਂ ਕੋਈ ਅੰਤਰ ਨਹੀਂ ਹੁੰਦਾ। ਇਸ ਦੇ ਸਿੱਟੇ ਨੂੰ ਚੰਗੀ ਜਾਂ ਮਾੜੀ ਆਦਤ ਬਣਾਉਂਦੇ ਹਨ। ਇਵੇਂ ਆਦਤਾਂ 3 ਕਿਸਮ ਦੀਆਂ ਹੋ ਨਿਬੜਦੀਆਂ ਹਨ: ਚੰਗੀਆਂ ਆਦਤਾਂ, ਭੈੜੀਆਂ ਆਦਤਾਂ ਤੇ ਸਾਡੀਆਂ ਆਦਤਾਂ। ਕਿਸੇ ਆਦਤ ਦਾ ਆਪਣਾ ਕੋਈ ਮਹੱਤਵ ਨਹੀਂ ਹੁੰਦਾ। ਆਦਤ ਦਾ ਮਹੱਤਵ ਸਾਡੀ ਆਦਤ ਹੋਣ ਕਰਕੇ ਹੁੰਦਾ ਹੈ। ਨਵੀਂ ਆਦਤ ਜਾਂ ਨਵਾਂ ਸੰਤੁਲਨ ਸਥਾਪਿਤ ਕਰਨ ਲਈ 4 ਹਫ਼ਤੇ ਤੋਂ 3 ਮਹੀਨੇ ਦਾ ਸਮਾਂ ਲੱਗਦਾ ਹੈ। ਪੁਰਾਣੇ ਸੰਤੁਲਨ ਜਾਂ ਪੁਰਾਣੀ ਆਦਤ ਨੂੰ ਤਿਆਗਣ ਵਿੱਚ ਵਧੇਰੇ ਸਮਾਂ ਲੱਗਦਾ ਹੈ, ਕਿਉਂਕਿ ਪੁਰਾਣੀ ਆਦਤ ਦੀ ਤਾਕਤ ਆਦਤ ਛੱਡਣ ਦਾ ਵਿਰੋਧ ਕਰੇਗੀ। ਨਸ਼ੇ ਕਰਨ ਵਾਲੇ ਨਸ਼ੇ ਤਿਆਗਣਾ ਚਾਹੁੰਦੇ ਹਨ, ਪਰ ਨਸ਼ਾ ਕਰਨ ਦੀ ਆਦਤ ਤਿਆਗਣ ਨਹੀਂ ਦਿੰਦੀ। ਅਕਸਰ ਅਸੀਂ ਉਸ ਆਦਤ ਨੂੰ ਛੱਡਣਾ ਚਾਹੁੰਦੇ ਹਾਂ ਜਿਹੜੀ ਸਾਨੂੰ ਤਸੱਲੀ ਨਹੀਂ ਦੇ ਰਹੀ ਹੁੰਦੀ। ਅਸੀਂ ਕਈ ਵਾਰ ਕਿਸੇ ਆਦਤ ਨੂੰ ਛੱਡਣਾ ਚਾਹੁੰਦੇ ਹਾਂ, ਪਰ ਛੱਡ ਸਕਣ ਦਾ ਸਵੈ ਵਿਸ਼ਵਾਸ ਤੇ ਮਾਨਸਿਕ ਬਲ ਨਹੀਂ ਹੁੰਦਾ, ਨਿਸ਼ਾਨਾ ਨਹੀਂ ਲੱਭਦਾ। ਜੇ ਤੁਹਾਨੂੰ ਆਪਣੇ ਨਿਸ਼ਾਨੇ ਦਾ ਪਤਾ ਹੈ ਤਾਂ ਇਹ ਵੀ ਪਤਾ ਹੋਏਗਾ ਕਿ ਤੁਸੀਂ ਹੁਣ ਕਿੱਥੇ ਹੋ ਤੇ ਆਰੰਭ ਕਿੱਥੋਂ ਕਰਨਾ ਹੈ। ਆਪਣੇ ਸੰਤੁਲਨ, ਅਸੰਤੁਲਨ ਨੂੰ ਅਸੀਂ ਆਪ ਹੀ ਜਾਣ ਸਕਦੇ ਹਾਂ। ਭਵਿੱਖ ਅਤੀਤ ਨਾਲੋਂ ਤਾਂ ਹੀ ਵੱਖਰਾ ਹੋਏਗਾ ਜੇ ਤੁਸੀਂ ਜਾਣਦੇ ਹੋਗੇ ਕਿ ਭਵਿੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ। ਜੇ ਆਪਣੀ ਆਦਤਾਂ ਦਾ ਸੁਭਾਅ ਤੇ ਸੰਤੁਲਨ ਨਾ ਬਦਲਿਆ ਜਾਏ ਤਾਂ ਅਸੀਂ ਅਚੇਤ ਹੀ ਅਤੀਤ ਨੂੰ ਦੁਹਰਾਉਂਦੇ ਰਹਾਂਗੇ। ਆਪਣੇ ਰਸਤੇ ਦੀਆਂ ਰੁਕਾਵਟਾਂ ਤੇ ਮੁਸ਼ਕਲਾਂ ਬਾਰੇ ਸੁਚੇਤ ਹੋਏ ਬਿਨਾਂ ਨਵਾਂ ਰਸਤਾ ਸਾਨੂੰ ਦਿਸੇਗਾ ਹੀ ਨਹੀਂ। ਆਪਣੇ ਮਨ ਨੂੰ ਵੀ ਸਮਝਣ ਦੀ ਲੋੜ ਹੈ, ਕਿਉਂਕਿ ਸਾਡਾ ਮਨ ਸਾਡੇ ਤੋਂ ਅਕਸਰ ਕਈ ਉਹ ਕਾਰਜ ਕਰਵਾ ਲੈਂਦਾ ਹੈ ਤੇ ਕਈ ਉਹ ਕਥਨ ਬੁਲਵਾ ਲੈਂਦਾ ਜਿਹੜੇ ਅਸੀਂ ਮਗਰੋਂ ਮਹਿਸੂਸ ਕਰਦੇ ਹਾਂ ਕਿ ਸਾਨੂੰ ਨਹੀਂ ਕਹਿਣੇ ਕਰਨੇ ਚਾਹੀਦੇ ਸਨ। ਮਗਰੋਂ ਮੁਲਾਂਕਣ ਕਰਨ ਨਾਲ ਜਾਂ ਕੁਝ ਕਰਨ ਦਾ ਮਾਣ ਉਪਜੇਗਾ ਜਾਂ ਕੁਝ ਨਾ ਕਰਨ ਦਾ ਪਛਤਾਵਾ ਹੋਏਗਾ। ਜੇ ਮਨੁੱਖ ਨੂੰ ਆਲੋਚਨਾ ਦੇ ਨਾਲ ਪ੍ਰਸ਼ੰਸਾ ਵੀ ਮਿਲਦੀ ਰਹੇ ਤਾਂ ਸੰਤੁਲਨ ਬਣਿਆ ਰਹਿੰਦਾ ਹੈ। ਨਜ਼ਰ ਅੰਦਾਜ਼ ਕੀਤੇ ਜਾਣਾ ਪਰੇਸ਼ਾਨ ਕਰੇਗਾ। ਇਕੱਲੀ ਆਲੋਚਨਾ ਸਾਨੂੰ ਮਾਯੂਸ ਕਰੇਗੀ। ਕੇਵਲ ਪ੍ਰਸ਼ੰਸਾ ਸਾਨੂੰ ਅਵੇਸਲਾ ਤੇ ਆਲਸੀ ਬਣਾਏਗੀ। ਕੁਝ ਮਹੱਤਵਪੂਰਨ ਕਰਨ ਤੋਂ ਪਹਿਲਾਂ ਸੋਚਣ ਵਿਚਾਰਨ ਨੂੰ ਵਿਉਂਤਬੰਦੀ ਕਹਿੰਦੇ ਹਨ। ਵਿਉਂਤਬੰਦੀ ਕਾਰਨ ਗਲਤੀਆਂ ਦੇ ਬਾਵਜੂਦ ਸਾਡਾ ਨਵਾਂ ਸੰਤੁਲਨ ਉਸਾਰਨ ਦਾ ਉਪਰਾਲਾ ਮੁੜ-ਮੁੜ ਸਹੀ ਮਾਰਗ ਤੇ ਆ ਜਾਂਦਾ ਹੈ। ਜੀਵਨ 'ਚ ਸਿਖਲਾਈ ਜਾਂ ਪੜ੍ਹਾਈ ਦਾ ਮਹੱਤਵ ਪਛਾਣਨ ਦੀ ਲੋੜ ਹੈ। ਸਿਖਲਾਈ ਸਾਨੂੰ ਗਲਤੀਆਂ ਦੁਹਰਾਉਣ ਤੋਂ ਬਚਾਉਂਦੀ ਹੈ। ਸਿਖਲਾਈ ਦਾ ਉਦੇਸ਼ ਆਪਣੀਆਂ ਸ਼ਕਤੀਆਂ ਤੋਂ ਜਾਣੂ ਹੋਣਾ ਹੁੰਦਾ ਹੈ।
ਕੋਈ ਨਵਾਂ ਸੰਤੁਲਨ ਉਸਾਰਨ ਲਈ ਸਿਖਲਾਈ ਬੜਾ ਜ਼ਰੂਰੀ ਪੱਖ ਹੁੰਦੀ ਹੈ। ਇਹੀ ਕਾਰਨ ਹੈ ਕਿ ਪੜ੍ਹੇ ਲਿਖੇ ਸਿੱਖਿਅਤ ਲੋਕ ਨਵੇਂ ਸੰਤੁਲਨ ਸਹਿਜੇ ਹੀ ਉਸਾਰ ਲੈਂਦੇ ਹਨ। ਅਭਿਆਸ ਤੇ ਸਿਖਲਾਈ ਨਾਲ ਸਾਡੀ ਯੋਗਤਾ ਦੇ ਨਾਲ ਸਾਡੀ ਸਮਰੱਥਾ ਵੀ ਵੱਧਦੀ ਹੈ। ਜੇ ਸਪਤਾਹ 'ਚ 4 ਦਿਨ ਸੌਖ ਨਾਲ ਸੈਰ ਕੀਤੀ ਜਾ ਸਕਦੀ ਹੈ ਤਾਂ 5ਵੇਂ ਦਿਨ ਸੈਰ ਕਰਨ ਦੇ ਯਤਨ 'ਚ ਵੀ ਸਫਲਤਾ ਮਿਲ ਸਕਦੀ ਹੈ। ਚੰਗੇਰੇ ਤੇ ਭਰਪੂਰ ਜੀਵਨ ਲਈ ਨਵੀਆਂ ਦਿਲਚਸਪੀਆਂ ਤੇ ਨਵੇਂ ਸੰਤੁਲਨ ਉਸਾਰਨ ਦੀ ਲੋੜ ਪੈਂਦੀ ਹੈ। ਆਪਣੇ ਜਾਣੇ ਪਛਾਣੇ ਸੀਮਤ ਖੇਤਰ ਵਿੱਚੋਂ ਬਾਹਰ ਨਿਕਲਣ ਨਾਲ ਨਵੀਆਂ ਸਥਿਤੀਆਂ ਨਾਲ ਜਾਣ ਪਛਾਣ ਕਾਰਨ ਨਵੀਆਂ ਦਿਲਚਸਪੀਆਂ ਜਾਗਦੀਆਂ ਹਨ। ਜੇ ਨਵੀਆਂ ਦਿਲਚਸਪੀਆਂ ਉਸਾਰਨ ਸੰਬੰਧੀ ਆਪਣੀ ਮੁੱਢਲੀ ਯੋਗਤਾ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਕਿਸੇ ਦਿਨ ਕੋਈ ਉਹ ਕਾਰਜ ਕਰੋ ਜੋ ਕਦੇ ਕੀਤਾ ਨਹੀਂ, ਕਰਨ ਦੀ ਆਦਤ ਨਹੀਂ। ਇੱਕ ਵਾਰੀ ਸੇਵਾ ਨੂੰ ਸਮਰਪਿਤ ਇੱਕ ਵਿਸ਼ਾਲ ਸਮਾਗਮ ਤੇ ਡਾਕਟਰ ਬੱਚਿਆਂ ਵਿੱਚ ਵੰਡਣ ਲਈ ਡੱਬੀਆਂ 'ਚ ਲੱਡੂ ਭਰਨ, ਪ੍ਰੋਫੈਸਰ ਲੰਗਰ ਵਰਤਾਉਣ, ਵਕੀਲ ਪ੍ਰਸ਼ਾਦ ਵੰਡਣ, ਇੰਜੀਨੀਅਰ ਲੋਕਾਂ ਦੇ ਆਰਾਮ ਦਾ ਪ੍ਰਬੰਧ ਕਰਨ, ਇਸਤਰੀਆਂ ਬਜ਼ੁਰਗਾਂ ਦੀ ਦੇਖਭਾਲ ਕਰਨ, ਬਜ਼ੁਰਗ ਬੱਚਿਆਂ ਨੂੰ ਸੰਭਾਲਣ, ਲੜਕੀਆਂ ਵਿਕਲਾਂਗਾਂ ਦਾ ਧਿਆਨ ਰੱਖਣ, ਦੁਕਾਨਦਾਰ ਆਵਾਜਾਈ ਵੇਖਣ ਦਾ ਕਾਰਜ ਕਰ ਰਹੇ ਸਨ। ਕੋਈ ਕਿਸੇ 'ਚ ਨੁਕਸ ਨਹੀਂ ਸੀ ਕੱਢ ਰਿਹਾ। ਮਨੋਰੰਜਨ, ਜ਼ਿੰਮੇਵਾਰੀ ਤੇ ਕੰਮ ਵਿਚਲਾ ਅੰਤਰ ਮਿਟ ਗਿਆ ਸੀ। ਡਿਗਰੀਆਂ ਤੇ ਅਹੁਦਿਆਂ ਦਾ ਹੰਕਾਰ ਲੋਪ ਹੋ ਗਿਆ ਸੀ। ਕੋਈ ਕਿਸੇ ਦੀ ਨਿਗਰਾਨੀ ਨਹੀਂ ਸੀ ਕਰ ਰਿਹਾ, ਕੋਈ ਮੁਲਾਂਕਣ ਨਹੀਂ ਸੀ ਹੋ ਰਿਹਾ, ਕਿਸੇ ਤੋਂ ਅੱਗੇ ਲੰਘਣ ਦੀ ਦੌੜ ਨਹੀਂ ਸੀ। ਹਾਰ ਪੁਆਣ ਤੇ ਫੋਟੋ ਖਿਚਾਉਣ ਦਾ ਲਾਲਚ ਗਾਇਬ ਸੀ, ਕਿਉਂਕਿ ਹਰ ਕੋਈ ਸਭ ਕੁਝ ਦੂਜਿਆਂ ਲਈ ਕਰ ਰਿਹਾ ਸੀ। ਸੋ ਹਰ ਕੋਈ ਸਵਾਰਥ, ਸਾੜੇ ਈਰਖਾ ਤੋਂ ਮੁਕਤ ਸੀ। ਸਭ ਤਸੱਲੀ ਨਾਲ ਮਾਲਾ ਮਾਲ ਸਨ। ਸਭ ਪਾਸੇ ਵਾਹ-ਵਾਹ ਤੇ ਧੰਨਵਾਦ ਹੀ ਧੰਨਵਾਦ ਸੀ। ਇੱਕ ਨਵਾਂ ਸੰਤੁਲਨ ਉਸਰਿਆ ਪਿਆ ਸੀ। ਨਿਰਸੰਦੇਹ ਸਦੀਵੀ ਪ੍ਰਸੰਨਤਾ ਸੰਭਵ ਨਹੀਂ, ਪਰ ਨਵੇਂ ਤਾਲਮੇਲ, ਨਵੇਂ ਸੰਤੁਲਨ, ਨਵੇਂ ਰਿਸ਼ਤੇ, ਨਵੇਂ ਸਬੰਧ, ਨਵੀਆਂ ਦਿਲਚਸਪੀਆਂ ਉਸਾਰਨ ਨਾਲ ਅਸੀਂ ਨਵੀਂ ਤੇ ਸੱਜਰੀ, ਚੰਗੇਰੀ ਤੇ ਵੱਖਰੀ, ਪ੍ਰਸੰਨ ਤੇ ਭਰਪੂਰ ਜੀਵਨ ਜਾਚ ਦੀ ਦਹਲੀਜ਼ ਤੇ ਖਲੋਤੇ ਮਹਿਸੂਸ ਕਰਾਂਗੇ। ਧੰਨਵਾਦ।